ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਵਿੱਚ ਇੱਕ ਵਾਰ ਫੇਰ ਤੋਂ ਫੇਰਬਦਲ ਦੇਖਣ ਨੂੰ ਮਿਲਿਆ। ਜੀ ਹਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਅੰਤਰਿੰਗ ਬੋਰਡ ਦੀ ਬੈਠਕ ਸੱਦੀ ਗਈ। ਇਸ ਬੈਠਕ ਦੇ ਵਿੱਚ ਕਿਹੜੇ ਅਹਿਮ ਫੈਸਲੇ ਲਏ ਗਏ ਤੁਹਾਨੂੰ ਦੱਸਾਂਗੇ। ਪੂਰੀ ਖਬਰ ਇਸ ਖਾਸ ਪੇਸ਼ਕਸ਼ ਦੇ ਜ਼ਰੀਏ। ਸੋ ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਗੂੰਜਾਂ ਸਿੱਖ ਵਿਰਸੇ ਦੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਬੋਰਡ ਦੀ ਬੈਠਕ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇਸ ਬੈਠਕ ਵਿੱਚ ਕੁਲਵੰਤ ਸਿੰਘ ਬਾਟ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਨਾਲ ਹੀ ਮਨਜਿੰਦਰ ਸਿੰਘ ਸਿਰਸਾ ਦੀ ਪ੍ਰਧਾਨਗੀ ਨੂੰ ਖਾਰਜ ਵੀ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਇੱਥੇ ਕਾਲ ਕੀਤੀ ਗਈ ਔਰ 30 ਤਰੀਕ ਨੂੰ ਇਹਦੀ ਚਿੱਠੀ ਜਿਹੜੀ ਹੈ ਜੋ ਐਕਟ ਦੇ ਹਿਸਾਬ ਦੇ ਨਾਲ ਪ੍ਰੋਵੀਜ਼ਨ ਹੁੰਦਾ ਟਾਈਮ ਦਾ, ਉਹਨੂੰ ਕੱਢਦੇ ਹੋਏ 1 ਤਰੀਕ ਦਾ ਟਾਈਮ ਦਿੱਤਾ ਸੀ ਔਰ ਅੱਜ ਇੱਥੇ ਮੀਟਿੰਗ ਕਾਲ ਕੀਤੀ ਗਈ। ਮੀਟਿੰਗ ਦਾ ਵੈਨਿਊ ਜਿਹੜਾ ਰੱਖਿਆ ਸੀ ਕਾਨਫਰੰਸ ਹਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਮਗਰ ਸਾਨੂੰ ਇੱਥੇ ਇਸ ਕਰਕੇ ਆਉਣਾ ਪੈ ਗਿਆ। ਜਨਰਲ ਸਕੱਤਰ ਦੇ ਕਮਰੇ ਦੇ ਵਿੱਚ ਇਹ ਮੀਟਿੰਗ ਹੋ ਰਹੀ ਹੈ ਕਿਉਂਕਿ ਉਸ ਕਮਰੇ ਦੇ ਵਿੱਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਆਪਣੀ ਵੱਖਰੀ ਮੀਟਿੰਗ ਉੱਥੇ ਕਾਲ ਕੀਤੀ ਔਰ ਬੜੇ ਅਫਸੋਸ ਦੀ ਗੱਲ ਕਿ ਜਿਹੜਾ ਬੰਦਾ ਅੱਜ 1 ਮਹੀਨਾ ਪਹਿਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਚਲੇ ਗਏ ਔਰ ਅੱਜ ਵਾਪਸ ਆ ਕੇ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਆ ਕੇ ਦੁਬਾਰਾ ਕਾਬਿਜ਼ ਹੋਏ ਨੇ। ਮਗਰ ਅਸੀਂ ਅੱਜ ਜਿਸ ਤਰੀਕੇ ਦੇ ਨਾਲ ਮੀਟਿੰਗ ਕੀਤੀ, ਐਗਜ਼ੈਕਟਿਵ ਦੇ 13 ਦੇ ਵਿੱਚੋਂ 9 ਮੈਂਬਰ ਸਾਹਿਬਾਨ ਸਾਡੇ ਨਾਲ ਬੈਠੇ ਨੇ। ਸਰਦਾਰ ਕੁਲਵੰਤ ਸਿੰਘ ਜੀ ਬਾਟ ਸਾਹਿਬ, ਸਰਦਾਰ ਪਰਮਜੀਤ ਸਿੰਘ ਜੀ ਰਾਣਾ, ਸਰਦਾਰ ਵਿਕਰਮ ਸਿੰਘ ਜੀ ਰੋਹਿਣੀ, ਸਰਦਾਰ ਭੁਪਿੰਦਰ ਸਿੰਘ ਜੀ ਭੁੱਲਰ ਸਾਹਿਬ, ਸਰਦਾਰ ਪਰਮਜੀਤ ਸਿੰਘ ਜੀ ਚੰਦੋਕ, ਸਰਦਾਰ ਹਰਵਿੰਦਰ ਸਿੰਘ ਜੀ ਕੇਪੀ, ਸਰਦਾਰ ਜਤਿੰਦਰ ਸਿੰਘ ਜੀ ਸਾਨੀ, ਸਰਦਾਰ ਹਰਿੰਦਰਪਾਲ ਸਿੰਘ ਜੀ। ਇਹ ਸਾਰੇ ਐਗਜ਼ੈਕਟਿਵ ਦੇ ਮੈਂਬਰ ਨੇ ਜਿਨ੍ਹਾਂ ਨੇ ਇੱਕ ਜੁਟ ਹੋ ਕੇ ਮਤਾ ਪਾਸ ਕੀਤਾ ਕਿ ਸਭ ਤੋਂ ਪਹਿਲੀ ਗੱਲ ਕਿ ਜਿਹੜੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕੱਲ ਚਿੱਠੀ ਕੱਢੀ ਸੀ ਨਵੀਂ ਕਮੇਟੀ ਨੂੰ ਬੁਲਾਉਣ ਦੀ, ਜਿਹਦਾ ਅਧਿਕਾਰ ਉਹਨਾਂ ਕੋਲ ਨਹੀਂ ਹੈ, ਸਭ ਤੋਂ ਪਹਿਲਾਂ ਤੇ ਅਸੀਂ ਉਸ ਚਿੱਠੀ ਨੂੰ ਨਕਾਰਦੇ ਹੋਏ ਉਸ ਚਿੱਠੀ ਦੇ ਉੱਤੇ ਉਸ ਚਿੱਠੀ ਨੂੰ ਰੱਦ ਕਰਦੇ ਆ। ਔਰ ਦੂਸਰੀ ਗੱਲ ਕਿ ਜੋ ਪਿਛਲੇ ਸਮੇਂ ਤੋਂ 1 ਮਹੀਨੇ ਤੋਂ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜਾਣ ਤੋਂ ਬਾਅਦ ਇਸਤੀਫਾ ਉਹਨਾਂ ਨੇ ਦਿੱਤਾ ਸੀ, ਉਹਨੂੰ ਅੱਜ ਐਕਸੈਪਟ ਕੀਤਾ ਇਸ ਹਾਊਸ ਨੇ ਔਰ ਐਕਸੈਪਟ ਕਰਕੇ ਜਨਰਲ ਹਾਊਸ ਲਈ ਭੇਜਤਾ ਗਿਆ। ਜਦ ਤੱਕ ਹਾਊਸ ਕੰਪਲੀਟ ਨਹੀਂ ਹੁੰਦਾ ਤਦ ਤੱਕ ਸਰਦਾਰ ਕੁਲਵੰਤ ਸਿੰਘ ਬਾਟ ਜਿਹੜੇ ਮੀਤ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇਹਨਾਂ ਨੂੰ ਪ੍ਰਬੰਧ ਨਾਲ ਚਲਾਉਣ ਵਾਸਤੇ ਜ਼ਿੰਮੇਵਾਰੀ ਦਿੱਤੀ ਗਈ ਹੈ। ਔਰ ਲਗਾਤਾਰ ਜੋ ਪਿਛਲੇ ਸਮੇਂ ਤੋਂ ਕਈ ਚੀਜ਼ਾਂ ਇਹੋ ਜਿਹੀਆਂ ਹੋ ਰਹੀਆਂ ਸੀ ਕਿ ਜਿਹੜੀ ਨਾ ਐਗਜ਼ੈਕਟਿਵ ਦੇ ਨਜ਼ਰਾਂ 'ਚ ਲਿਆਈਆਂ ਜਾ ਰਹੀਆਂ ਸੀ, ਨਾ ਬਤੌਰ ਜਨਰਲ ਸਕੱਤਰ ਮੇਰੇ ਸਾਹਮਣੇ ਲਿਆਈਆਂ ਜਾ ਰਹੀਆਂ ਸੀ। ਇੱਕ ਬਹੁਤ ਵੱਡਾ ਸਕੈਮ ਜਿਹੜਾ ਸਾਨੂੰ ਨਜ਼ਰ ਆਇਆ ਪਿਛਲੇ 3-4 ਦਿਨਾਂ ਦੇ ਵਿੱਚ ਕਿ ਹਰਗੋਬਿੰਦ ਇਨਕਲੇਵ ਦਾ ਜਿਹੜਾ ਇੰਸਟੀਚਿਊਟ ਹੈ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼ੂਟਿੰਗ ਰੇਂਜ ਚੱਲ ਰਿਹਾ, ਉਹਦੇ ਵਿੱਚ ਕੰਪਿਊਟਰ ਸੈਂਟਰ ਚੱਲ ਰਹੇ ਨੇ, ਉੱਥੇ ਜਿਮ ਚੱਲ ਰਿਹਾ ਜਿਹਦੀ ਕੋਈ ਪਰਮਿਸ਼ਨ ਨਹੀਂ ਲਈ ਗਈ। ਉਹਦੇ ਲਈ ਉਹਦੀ ਤਹਿਕੀਕਾਤ ਕਰਨ ਵਾਸਤੇ ਇੱਕ 3 ਮੈਂਬਰੀ ਕਮੇਟੀ ਦਾ ਅੱਜ ਗਠਨ ਕੀਤਾ, ਜਿਹਦੇ ਵਿੱਚ ਸਰਦਾਰ ਕੁਲਵੰਤ ਸਿੰਘ ਬਾਟ, ਸਰਦਾਰ ਹਰਿੰਦਰਪਾਲ ਸਿੰਘ ਜੀ ਤੇ ਸਰਦਾਰ ਵਿਕਰਮ ਸਿੰਘ ਰੋਹਿਣੀ ਉਹਨਾਂ ਦੀ ਜ਼ਿੰਮੇਵਾਰੀ ਲਈ ਗਈ ਹੈ। ਔਰ ਇਹ ਅੱਜ ਇਹ ਫੈਸਲਾ ਅੰਤਰਿੰਗ ਬੋਰਡ ਦਾ ਇੱਥੇ ਬੈਠ ਕੇ ਸਾਰਿਆਂ ਨੇ ਸਰਬਸੰਮਤੀ ਨਾਲ ਇਹਨੂੰ ਪਾਸ ਕੀਤਾ ਔਰ ਅਗਲੀ ਕਾਰਵਾਈ ਜ਼ਿੰਮੇਵਾਰੀ ਹੈ ਸਰਦਾਰ ਕੁਲਵੰਤ ਸਿੰਘ ਜੀ ਬਾਟ ਸਾਹਿਬ ਨੂੰ ਦਿੱਤੀ ਗਈ ਹੈ। ਬਾਟ ਸਾਹਿਬ ਕੀ ਕਹਿਣਾ ਚਾਹੋਗੇ ਇਸ ਵਕਤ? ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਹਰਮੀਤ ਸਿੰਘ ਕਾਲਕਾ ਜਨਰਲ ਸਕੱਤਰ ਸਾਹਿਬ ਅਤੇ ਆਪਣੇ ਜਿੰਨੇ ਵੀ ਐਗਜ਼ੈਕਟਿਵ ਦੇ ਮੈਂਬਰ ਹੈ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੇ ਤੇ ਭਰੋਸਾ ਜਤਾਇਆ। ਤੇ ਮੈਂ ਮੀਡੀਆ ਨੂੰ ਵੀ ਤੇ ਆਪਣੇ ਸਾਰੇ ਸਾਥੀ ਮੈਂਬਰਾਂ ਨੂੰ ਵੀ ਔਰ ਦਿੱਲੀ ਦੀ ਸੰਗਤ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਕਿ ਜਿਸ ਭਰੋਸੇ ਕਰਕੇ ਅਸੀਂ ਪਾਰਟੀ ਹਿੱਤਾਂ ਨੂੰ ਛੱਡ ਕੇ ਅੱਜ ਕਮੇਟੀ ਦੇ ਵਿੱਚ ਜੋ ਸਕੈਮ ਜਿਸ ਤਰੀਕੇ ਤੁਹਾਨੂੰ ਦੱਸਿਆ ਉਹ ਵੀ ਸਾਹਮਣੇ ਆਇਆ, ਹੋਰ ਪਤਾ ਨਹੀਂ ਕੀ ਚੀਜ਼ਾਂ ਹਾਲੇ ਨਿਕਲ ਕੇ ਆਉਣਗੀਆਂ ਕਿਉਂਕਿ ਇਹਦੇ ਬਾਰੇ ਜਨਰਲ ਸਕੱਤਰ ਸਾਹਿਬ ਨੂੰ ਐਗਜ਼ੈਕਟਿਵ ਨੂੰ ਵੀ ਕੋਈ ਜਾਣਕਾਰੀ ਪਿਛਲੇ ਸਮੇਂ 'ਚ ਨਹੀਂ ਦਿੱਤੀ ਗਈ। ਸੋ ਮੈਂ ਸਮਝਦਾ ਕਿ ਜਿਹੜਾ ਭਰੋਸਾ ਮੇਰੇ ਤੇ ਕਮੇਟੀ ਨੇ ਜਤਾਇਆ, ਮੈਂਬਰਾਂ ਨੇ ਜਤਾਇਆ ਔਰ ਸੰਗਤ ਨੂੰ ਅਸੀਂ ਇਹ ਸਿੱਧ ਕਰਕੇ ਦਿਖਾਵਾਂਗੇ ਕਿ ਕਮੇਟੀ ਦਾ ਜਿਹੜਾ ਅਕਸ਼ ਹੈ, ਜੋ ਰੋਜ਼ ਲੋਕਾਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀਆਂ ਰੂਮਰਸ ਜਾਂਦੀਆਂ ਤਰ੍ਹਾਂ ਦੀਆਂ, ਉਹਨਾਂ ਤੇ ਨਕੇਲ ਪਾਈ ਜਾ ਸਕੇ ਔਰ ਜਿਹੜਾ ਪ੍ਰਬੰਧ ਹੈ ਉਹਨੂੰ ਸੁਚਾਰੂ ਸੁਚੱਜੇ ਹੱਥਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦਿੱਤਾ ਜਾਵੇ। ਕਾਲਕਾ ਜੀ ਇਸਤੀਫਾ ਤੇ ਇਹਨਾਂ ਨੇ ਵੀ ਦਿੱਤਾ ਸੀ, ਇਹਨਾਂ ਦਾ ਨਹੀਂ ਮਨਜ਼ੂਰ ਹੈ। ਦੇਖੋ, ਸਭ ਤੋਂ ਪਹਿਲੀ ਗੱਲ ਕਿ ਇਹਨਾਂ ਦੇ ਇਸਤੀਫੇ ਦਾ ਜਿਹੜਾ ਰੂਮਰ ਫੈਲਾਇਆ ਗਿਆ ਸੀ ਤਕਰੀਬਨ ਅੱਜ 1 ਸਾਲ ਹੋ ਗਿਆ। ਜਿਸ ਦਿਨ ਇਹਦੇ ਬਾਰੇ ਸੋਸ਼ਲ ਮੀਡੀਆ ਤੇ ਦੇਖਿਆ ਗਿਆ ਉਸ ਇਸਤੀਫੇ ਦੇ ਉੱਤੇ ਚਿੱਠੀ ਬਣੀ ਸੀ ਜਿਹਦੇ ਉੱਤੇ ਕੋਈ ਸਾਈਨ ਨਹੀਂ ਸੀ। ਸੋ ਮੈਂ ਸਰਦਾਰ ਕੁਲਵੰਤ ਸਿੰਘ ਬਾਟ ਸਾਹਿਬ ਨੂੰ ਫੋਨ ਕਰਕੇ ਉਸ ਵਕਤ ਪੁੱਛਿਆ ਕਿ ਬਾਟ ਸਾਹਿਬ ਤੁਸੀਂ ਇਸਤੀਫਾ ਦਿੱਤਾ ਤੇ ਸਾਡੇ ਨਾਲ ਇੱਕ ਵਾਰ ਵਿਚਾਰ ਤੇ ਕਰ ਲੈਂਦੇ, ਤੇ ਮੇਰੇ ਅੱਗੇ ਹੱਸਣ ਲੱਗ ਪਏ ਕਿ ਮੈਂ ਤੇ ਕੋਈ ਇਸਤੀਫਾ ਦਿੱਤਾ ਨਹੀਂ। ਮੈਂ ਵੀ ਕਿਹਾ ਉੱਥੇ ਸਿਰਸਾ ਸਾਹਿਬ ਦੇ ਸਾਹਮਣੇ ਕਿਹਾ ਤੇ ਜੇ ਕੋਈ ਮੈਂ ਇਸਤੀਫਾ ਦਿੱਤਾ ਤੇ ਮੇਰੇ ਅੱਗੇ ਪ੍ਰੂਫ ਦਿਖਾਓ। ਔਰ ਮੈਂ ਕਿਹਾ ਅਗਰ ਤੁਸੀਂ ਇਸਤੀਫਾ ਨਹੀਂ ਦਿੱਤਾ ਤੇ ਤੁਸੀਂ ਇਹਦਾ ਸਪਸ਼ਟੀਕਰਨ ਜ਼ਰੂਰ ਦੇ ਕੇ ਜਾਓ। ਔਰ ਇਹਨਾਂ ਨੇ ਮੈਨੂੰ ਉਸੇ ਦਿਨ
ਇੱਕ ਲੈਟਰ ਦੇ ਰਾਹੀਂ ਲਿਖ ਕੇ ਦਿੱਤਾ ਔਰ ਮੈਂ ਉਹਨਾਂ ਨੂੰ ਉਸੇ ਵਕਤ ਰਿਸੀਵਿੰਗ ਦਿੱਤੀ ਸੀ ਕਿ ਇਹਨਾਂ ਨੇ ਕੋਈ ਇਸਤੀਫਾ ਉਸ ਸਮੇਂ ਤੇ ਨਹੀਂ ਦਿੱਤਾ। ਸਭ ਹੈਗਾ ਲੈਟਰ ਤੇ ਦਿਖਾ ਦਿਓ। ਪਰ ਮੀਡੀਆ 'ਚ ਕਦੀ ਕਲੇਮ ਨਹੀਂ ਕੀਤਾ ਤੁਸੀਂ ਕਿ ਅਸਤੀਫਾ ਨਹੀਂ ਦਿੱਤਾ। ਦੇਖੋ ਇਦਾਂ ਹੈ, ਮੈਂ ਇਹਦੇ ਬਾਰੇ ਆਪਣੀ ਕਲੈਰੀਫਿਕੇਸ਼ਨ ਤੁਹਾਨੂੰ ਦੇ ਦੇਵਾਂ। ਮੈਂ ਹੁਣੇ ਸਾਰੇ ਮੀਡੀਆ ਦੇ ਸਾਹਮਣੇ ਮਨਜਿੰਦਰ ਸਿੰਘ ਸਿਰਸਾ ਦੇ ਮੂੰਹ ਤੇ ਇਹ ਗੱਲ ਕਹਿ ਕੇ ਆਇਆ ਕਿ ਉਹਨਾਂ ਨੇ ਅਸਤੀਫਾ ਮੇਰੇ ਤੋਂ ਆਪ ਦਵਾਇਆ ਸੀ ਵੀ ਤੁਸੀਂ ਵੈਸੇ ਇੱਕ ਫਾਰਮੈਲਿਟੀ ਕਰ ਦਿਓ, ਕੋਈ ਅਸਤੀਫਾ ਲਿਖਤੀ ਦੇਣ ਦੀ ਲੋੜ ਨਹੀਂ ਹੈ। ਉਹਦੇ ਪਿੱਛੇ ਉਹਨਾਂ ਦਾ ਕੀ ਰਾਜ ਸੀ ਕੀ ਨਹੀਂ ਸੀ ਇਹ ਤਾਂ ਉਹੀ ਦੱਸ ਸਕਦੇ ਆ। ਲੇਕਿਨ ਉਸ ਤੋਂ ਬਾਅਦ ਮੈਂ ਬਾਰ-ਬਾਰ ਕਹਿੰਦਾ ਰਿਹਾ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੂੰ ਔਰ ਉਹਨਾਂ ਨੂੰ ਵੀ, ਔਰ 2-4 ਵਾਰ ਤੁਹਾਨੂੰ ਵੀ ਪਤਾ ਹੋਣਾ ਵੀ ਮੈਂ ਆ ਕੇ ਕੋਸ਼ਿਸ਼ ਕੀਤੀ ਕਿ ਮੇਰੀ ਜੋ ਜ਼ਿੰਮੇਵਾਰੀ ਹੈ ਮੈਂ ਉਹ ਜ਼ਿੰਮੇਵਾਰੀ ਨੂੰ ਨਿਭਾ ਸਕਾਂ। ਲੇਕਿਨ ਉਦੋਂ ਹਾਲਾਤ ਸ਼ਾਇਦ ਮਨਜਿੰਦਰ ਸਿੰਘ ਸਿਰਸਾ ਨੇ ਐਸੇ ਨਹੀਂ ਬਣ ਦਿੱਤੇ ਜੋ ਅੱਜ ਵੀ ਤੁਹਾਡੇ ਸਾਹਮਣੇ ਹੈ। ਮੈਂ ਇੱਕ ਗੱਲ ਹੋਰ ਕਰਦਾ, ਮੈਂ ਇਹਨਾਂ ਦੀ ਪਿੱਠ ਤੇ ਪਿੱਛੇ ਵੀ ਸ਼ਲਾਘਾ ਕਰਦਾ ਔਰ ਹੁਣ ਵੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਪਾਰਟੀਆਂ ਦੇ ਵਖਰੇਵੇਂ ਹੋਣ ਕਰਕੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਥੇ ਆ ਕੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਇਹ ਵੀ ਇਹਨਾਂ ਦਾ ਸ਼ਲਾਘਾ ਇਹਨਾਂ ਦੀ ਕੀਤੀ ਜਾਂਦੀ ਹੈ ਕਿ ਇਹਨਾਂ ਨੇ ਕੋਈ ਐਸਾ ਕੰਮ ਨਹੀਂ ਕੀਤਾ ਕਿ ਚੱਲਦੇ ਹੋਏ ਪ੍ਰਬੰਧ ਨੂੰ ਰੋਕਾ ਜਾਏ। ਹੁਣ ਵੀ ਕਿਉਂਕਿ ਇਹ ਪ੍ਰਬੰਧ ਚੱਲ ਨਹੀਂ ਰਿਹਾ ਸੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਸਤੀਫਾ ਦੇ ਦਿੱਤਾ ਸੀ, ਨੈਸ਼ਨਲ ਪਾਰਟੀ ਦੇ ਵਿੱਚ ਉਹਨਾਂ ਨੇ ਆਪਣੀ ਸ਼ਮੂਲੀਅਤ ਪਾਈ ਹੈ ਔਰ ਉਸ ਤੋਂ ਬਾਅਦ ਜਾਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਦਖਲਅੰਦਾਜ਼ੀਆਂ ਉਸ ਤੋਂ ਬਾਅਦ ਵੀ ਇਸਤੀਫੇ ਤੋਂ ਬਾਅਦ ਕੀਤੀਆਂ ਜਾ ਰਹੀਆਂ, ਅਸੀਂ ਇਹਨਾਂ ਨੂੰ ਜਾ ਕੇ ਰਿਕੁਐਸਟ ਕੀਤਾ ਔਰ ਇਹਨਾਂ ਨੂੰ ਸਪੈਸ਼ਲੀ ਚੰਡੀਗੜ੍ਹ ਪੰਜਾਬ ਤੋਂ ਵਾਪਸ ਬੁਲਾਇਆ। ਹਾਲਾਂਕਿ ਦਿੱਲੀ 'ਚ ਨਹੀਂ ਰਹਿ ਰਹੇ, ਮਗਰ ਇਸ ਪ੍ਰਬੰਧ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਨੂੰ ਅਸੀਂ ਬੁਲਾਇਆ ਔਰ ਨਾਲ ਹੀ ਅੱਜ ਦੀ ਜਿਹੜੀ ਇਸ ਮੀਟਿੰਗ ਦੇ ਵਿੱਚ ਜਿਹਦੇ ਵਿੱਚ ਸਪੈਸ਼ਲ ਇਨਵਾਈਟੀ ਖਾਸ ਤੌਰ ਤੇ ਸਰਦਾਰ ਹਰਮਨਜੀਤ ਸਿੰਘ ਜੀ ਔਰ ਸਰਦਾਰ ਅਵਤਾਰ ਸਿੰਘ ਹਿੱਤ ਸਾਹਿਬ ਨੂੰ ਬੁਲਾਇਆ ਕਿ ਇਹਨਾਂ ਦੇ ਦਿਲ 'ਚ ਵੀ ਦਰਦ ਸੀ ਕਿ ਜਿਸ ਤਰੀਕੇ ਦੇ ਨਾਲ ਸਿੱਧੀਆਂ ਇੰਟਰਫੇਰੈਂਸ ਸਰਕਾਰਾਂ ਦੀ ਹੋ ਰਹੀ ਹੈ, ਸਰਕਾਰਾਂ ਦੇ ਵਿੱਚ ਜਾ ਕੇ ਸ਼ਮੂਲੀਅਤ ਪਾ ਕੇ ਇੱਥੇ ਜੋੜ ਜ਼ਬਰਦਸਤੀ ਕੀਤੀ ਜਾ ਰਹੀ ਹੈ, ਉਹਦੇ ਵਿੱਚ ਦੇਖਣ ਵਾਸਤੇ ਅੱਜ ਸਾਰੀ ਸਮੁੱਚੀ ਕੌਮ ਦਰਦੀ ਸਾਰੇ ਇਕੱਠੇ ਹੋਏ ਨੇ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਹਿੱਤ ਸਾਹਿਬ ਨੂੰ ਵੀ ਕਹਾਂਗਾ ਆਪਣੇ ਵਿਚਾਰ ਇੱਕ ਰੱਖਣ। ਮਿੰਟ, ਜਿਹੜੀ ਉਹ ਐਗਜ਼ੈਕਟਿਵ ਅਲੱਗ ਉਹਨਾਂ ਨੇ ਬੁਲਾਈ ਹੋਈ ਹੈ, ਹੁਣ ਅਗਰ ਤੁਹਾਡੀ ਇਹ ਸਹੀ ਹੈ ਤੇ ਇੱਕ ਕਿਸਮ ਦਾ ਉਹ ਬਾਗੀ ਮੰਨੇ ਜਾਂਦੇ ਉਹਨਾਂ ਖਿਲਾਫ ਕੋਈ ਕਾਰਵਾਈ ਕਰੇਗੀ ਆਲੀ ਐਗਜ਼ੈਕਟਿਵ? ਨਹੀਂ, ਅਸੀਂ ਉਹਨਾਂ ਦੀ ਜਿਹੜੀ ਉਹ ਮੀਟਿੰਗ ਬੁਲਾਈ ਉਹਨੂੰ ਨਲ ਐਂਡ ਵੋਇਡ ਕਰਦੇ ਆ। ਸਾਰੀ ਮੀਟਿੰਗ ਦੇ ਜਦ ਐਗਜ਼ੈਕਟਿਵ ਦੀ ਮੈਜੋਰਟੀ ਇੱਥੇ ਬੈਠੀ ਹੈ ਤੇ ਬਿਲਕੁਲ ਉਹਨਾਂ ਦੀ ਮੀਟਿੰਗ ਹੈ ਨਲ ਐਂਡ ਵੋਇਡ ਹੈ। ਅਗਰ 4 ਬੰਦੇ, ਮੇਰੇ ਖਿਆਲ 4 ਵੀ ਨਹੀਂ ਨੇ, 3 ਬੰਦੇ ਉੱਥੇ ਬੈਠੇ ਨੇ ਕਿਉਂਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਇਸਤੀਫਾ ਦੇ ਚੁੱਕੇ ਨੇ। ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਹੋਇਆ ਉਹਨਾਂ ਨੇ ਕਿ ਮੈਂ ਇਸਤੀਫਾ ਦੇ ਚੁੱਕਾ ਹੋਇਆ ਔਰ ਉਹਨਾਂ ਉਸ ਕਰਕੇ ਹੀ ਇਹਨਾਂ ਦਾ ਕੇਸ ਵਾਪਸ ਹੋਇਆ ਸੀ ਜਿਹੜਾ ਇਹਨਾਂ ਦਾ ਨੋਮੀਨੇਸ਼ਨ ਦਾ ਕੇਸ ਸੀ। ਸੋ ਹਰ ਪਾਸੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡਣ ਜਾਣ ਤੋਂ ਬਾਅਦ ਅੱਜ ਕਿਹੜਾ ਮੂੰਹ ਉਹਨਾਂ ਦਾ ਜਾਗਿਆ, ਕਿਹੜੇ ਉਹਨਾਂ ਤੇ ਜਾਂ ਉਹਨਾਂ ਨੂੰ ਸਰਕਾਰਾਂ ਵੱਲੋਂ ਕਿਹਾ ਗਿਆ, ਇਹਦੀ ਸਫਾਈ ਵੀ ਬੀਜੇਪੀ ਨੂੰ ਦੇਣੀ ਚਾਹੀਦੀ ਹੈ ਕਿ ਇਹ ਉਹਨਾਂ ਦਾ ਭੇਜਿਆ ਹੋਇਆ ਬੰਦਾ ਜਾਂ ਆਪਣੀ ਮਰਜ਼ੀ ਨਾਲ ਇੱਥੇ ਆ ਕੇ ਬੈਠੇ। ਇੱਕ ਬੀਜੇਪੀ ਦੇ ਸਿੱਖ ਸੈੱਲ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਹੈ, ਉਹ ਕਹਿੰਦੇ ਕਿ ਬੀਜੇਪੀ ਕੋਈ ਦਖਲਅੰਦਾਜ਼ੀ ਨਹੀਂ ਕਰਦੀ, ਇਹਨਾਂ ਨੂੰ ਵੀ ਜਿਹੜਾ ਵੀ ਅਗਰ ਬੀਜੇਪੀ 'ਚ ਸ਼ਾਮਿਲ ਹੋ ਰਿਹਾ ਉਹਨੂੰ ਸੱਤਾ ਦਾ ਮੋਹ ਤਿਆਗ ਦੇਣਾ ਚਾਹੀਦਾ ਦਿੱਲੀ ਕਮੇਟੀ ਨੂੰ। ਦੇਖੋ ਮੈਂ ਇਹਦੇ ਤੇ ਕਹਿ ਦਵਾਂ, ਜਿਸ ਬੰਦੇ ਨੇ ਬੀਜੇਪੀ ਦੇ ਸਿੱਖ ਸੈੱਲ ਨੇ ਉਹ ਵੀਡੀਓ ਕੱਢੀ ਹੈ ਉਹਦਾ ਅਧਿਕਾਰ ਖੇਤਰ ਬਹੁਤ ਛੋਟਾ ਹੈ। ਬੀਜੇਪੀ ਦੇ ਵੱਡੇ ਲੀਡਰ ਨੂੰ ਇਹਦੇ ਬਾਰੇ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਹੈ ਜਿਨ੍ਹਾਂ ਦੀ ਮਾਰਫਤ ਇਹਨਾਂ ਨੇ ਬੀਜੇਪੀ ਪਾਰਟੀ ਜੁਆਇਨ ਕੀਤੀ ਹੈ। ਮੈਂ ਅੱਜ ਜਿਹੜੀ ਸਰਕਾਰ ਨੇ ਗੱਲ ਕਹੀ, ਮੈਂ ਇਹਦੀ ਗੱਲ ਤੇ ਜਵਾਬ ਦਿੰਦਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਇਹ ਸਾਨੂੰ ਦਿਨ ਕਿਉਂ ਦੇਖਣੇ ਪਏ ਹੋ ਜਾ, ਜਿਹੜੇ ਬੰਦੇ ਪਾਰਟੀ ਦੀ ਖਾਤਰ ਵੀ ਸਿਰ ਵੱਢਿਆ ਜਾ ਸਕਦਾ, ਅੱਜ ਸਿਰ ਲਾਉਣ ਨੂੰ ਤਿਆਰ ਹੋਇਆ ਕੰਮ, ਉਹ ਉਧਰ ਬੈਠੇ ਆ, ਅਸੀਂ ਇੱਧਰ ਬੈਠੇ ਆ। ਇਹ ਸਾਡੀ ਕੇਸ ਘਰ ਦੀ ਲੜਾਈ ਆ, ਸਾਡੀ ਕਿਸੇ ਪਾਰਟੀ ਦੀ ਲੜਾਈ ਨਹੀਂ ਇਹ ਅਕਾਲੀ ਦਲ ਦਾ ਹਾਲ ਇਹ ਹੋਇਆ ਸਾਡਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਜਿੱਤੇ ਅਸੀਂ ਬੰਦੇ ਸਾਡੇ ਕੋਲ ਜ਼ਿਆਦੇ, ਸਾਡੀ ਆਪਣੀ ਫੁੱਟ ਦਾ ਨਤੀਜਾ ਇਹ ਹੋਇਆ ਕਿ ਲਾਲਚ ਵਸ ਹੋ ਕੇ ਲੋਕਾਂ ਨੇ, ਜਿਨ੍ਹਾਂ ਲੋਕਾਂ ਨੇ ਸਾਰੀ ਜ਼ਿੰਦਗੀ ਇੱਥੇ ਇਸ ਪਾਰਟੀ ਦੇ ਨਾਲ, ਪਾਰਟੀ ਦੇ ਸਿਰ ਤੇ ਖਲੋ ਕੇ ਆਪਣੇ ਆਪ ਨੂੰ ਡਿਵੈਲਪ ਕੀਤਾ, ਆਪਣੇ ਨੂੰ ਪ੍ਰੋਜੈਕਟ ਕੀਤਾ, ਤੇ ਅੱਜ ਉਹਨਾਂ ਦੀ ਵਜ੍ਹਾ ਕਰਕੇ ਅਜੇ ਇੰਨਾ ਭਾਰੀ ਇੱਥੇ ਨੁਕਸਾਨ ਹੋਇਆ ਪਾਰਟੀ ਦਾ ਕਿ ਸਾਨੂੰ ਇਹ ਕਰਨਾ ਪਿਆ ਸਿਰਫ ਇੱਕ ਬੰਦੇ ਕਰਕੇ। ਮੈਂ ਹੁਣ ਇਹ ਕਹਿਣਾ ਚਾਹੁੰਦਾ, ਜਿਹੜੀ ਗੱਲ ਤੁਸੀਂ ਕੀ ਹੈ ਵੀ ਜਿਹੜੇ ਬੰਦੇ ਨਹੀਂ ਆਏ, ਜਿਹੜੇ ਨਹੀਂ ਪਾਰਟੀ ਦਾ ਕਹਿਣਾ ਮੰਨਣਗੇ, ਉਹ ਗਦਾਰ ਸਮਝ ਜਾਣਗੇ, ਬਾਗੀ ਨਹੀਂ, ਬਾਗੀ ਹੁੰਦੇ ਆ ਜਿਹੜੇ ਸੱਚ ਦੇ ਹੱਕ ਲੜਾਈ ਲੜਦੇ, ਉਹ ਬਗਾਵਤ ਕਰਦੇ ਹੁੰਦੇ ਆ। ਇਹ ਗਦਾਰ ਹੁੰਦੇ ਆ, ਜਿਹੜੇ ਬੰਦੇ ਆਪਣੇ ਮਤਲਬ ਨਹੀਂ ਛੱਡ ਕੇ ਦੂਜੇ ਬੰਦੇ ਜਾਂਦੇ ਆ, ਇਹ ਗਦਾਰੀ ਕਰਦੇ ਆ। ਜਿਹੜੇ ਪਾਰਟੀ ਦਾ ਹੁਕਮ ਨਹੀਂ ਮੰਨਣਗੇ, ਜਿਹੜਾ ਜਿਹਨੂੰ ਪ੍ਰਧਾਨ ਸਰਦਾਰ ਆਪਣਾ ਹਰਮੀਤ ਸਿੰਘ ਕਾਲਕਾ, ਇਹ ਪ੍ਰੈਜ਼ੀਡੈਂਟ ਨੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਸਟੇਟ ਦੇ, ਜਿਹੜਾ ਇਹਨਾਂ ਦਾ ਕਹਿਣਾ ਨਹੀਂ ਮੰਨਦਾ, ਜਿਹੜਾ ਮੈਂਬਰ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜ ਕੇ ਆਇਆ, ਜਿੱਤ ਕੇ ਆਇਆ, ਇਹ ਹੁਕਮ ਕਰਦੇ ਉਹ ਨਹੀਂ ਆਉਂਦਾ ਤੇ ਉਹ ਗਦਾਰ ਸਮਝਿਆ ਜਾਊਗਾ। ਇਹ 'ਚ ਕੋਈ ਦੋ ਰਾਏ ਨਹੀਂ। ਉਹਨੂੰ ਇਹ ਚਾਹੀਦਾ ਜੇ ਕਿਸੇ ਗਲਤੀ ਕੀਤੀ ਵੀ ਆ ਤਾਂ ਉਹ ਆ ਕੇ ਪਾਰਟੀ ਸ਼ਾਮਲ ਹੋਵੇ। ਅਸੀਂ ਭਾਵੇਂ ਘੱਟ ਰਹਿ ਜਾਈਏ, ਵੱਧ ਰਹਿ ਜਾਈਏ, ਲੇਕਿਨ ਅਸੀਂ ਕਿਸੇ ਵੀ ਕੀਮਤ ਤੇ ਪਾਰਟੀ ਦੇ ਨਾਲ ਆ। ਸਾਡਾ ਇੱਕ ਬੰਦਾ ਜਿਹੜੇ ਇੱਥੇ ਬੈਠਾ, ਲੇਕਿਨ ਇੱਕ ਗੱਲ ਮੈਂ ਕਹਿੰਦੇ ਹਾਂ, ਇਹ ਜਿਹੜੀ ਅੱਜ ਅਸੀਂ ਮੀਟਿੰਗ ਕੀਤੀ ਆ, ਇਹ ਅਸੀਂ ਪਾਰਟੀ ਰਾਜਨੀਤੀ ਤੋਂ ਉੱਤੇ ਉੱਠ ਕੇ ਕੀਤੀ ਆ। ਇਹਦੇ ਵਿੱਚ ਸਾਰੇ ਗਰੁੱਪ ਅਸੀਂ ਇਕੱਠੇ ਹੋਏ ਆ, ਸਭ ਨੂੰ ਅਸੀਂ ਇਕੱਠਾ ਕੀਤਾ ਇਸ ਕਰਕੇ ਕਿ ਇਹ ਗੁਰਦੁਆਰਾ ਕਮੇਟੀ ਜਿਹੜੀ ਆ, ਇਹ ਕਿਸੇ ਦੀ ਕੋਈ
ਆਪਣੀ ਬਾਪ ਦਾਦੇ ਦੀ ਜ਼ਗੀਰ ਨਹੀਂ ਹੈਗੀ। ਦਿੱਲੀ ਦੇ 10 ਲੱਖ ਸਿੱਖਾਂ ਦੀ ਇਹ ਨੁਮਾਇੰਦਾ ਚੋਣ ਹੈ, ਕਮੇਟੀ ਹੈ। ਇਸ ਕਰਕੇ ਇਸ ਕਮੇਟੀ ਦੀ ਖਾਤਰ ਐਕਟ ਬਣਿਆ, ਜੇਲ੍ਹਾਂ ਕੱਟੀਆਂ 16,000 ਅਕਾਲੀ ਕੈਦ ਹੋਏ ਪੰਜਾਬ ਤੋਂ ਆ ਕੇ ਇੱਥੇ, ਉਹ ਐਕਟ ਬਣਿਆ ਤੇ ਅੱਜ ਤੱਕ ਅਸੀਂ ਉਸ ਐਕਟ ਦੇ ਚੋਣਾਂ ਲੜਦੇ ਆ ਰਹੇ ਹਾਂ। ਇਸ ਕਰਕੇ ਇਹ ਜਿਹੜੀ ਕਮੇਟੀ ਆ ਇਹ ਬਹੁਤ ਮਹੱਤਵਪੂਰਨ, ਕਿੰਨੇ ਕਾਲਜ ਨੇ, ਕਿੰਨੇ ਸਕੂਲ ਨੇ, ਕਿੰਨੇ ਹਸਪੀਟਲ ਨੇ, ਕਿੰਨਾ ਲੋਕ ਸਫਰ ਹੋ ਰਹੇ ਆ, ਕਿਸੇ ਨੂੰ ਆਟਾ ਨਹੀਂ ਮਿਲਦਾ, ਕਿਸੇ ਨੂੰ ਪੈਸਾ ਨਹੀਂ ਮਿਲਦਾ, ਗਰੀਬ ਦੇਖਦਾ ਹੈ ਗੁਰਦੁਆਰੇ ਵਾਲਾ। ਔਰ ਇਹ ਲੜਾਈ ਵਾਲੇ ਦੇ ਲੱਗੇ ਹੋਏ ਇੱਧਰ ਵੀ ਸਾਨੂੰ ਪਾਵਰਾਂ ਮਿਲ ਜਾਣ, ਕੋਈ ਸੈਂਟਰ 'ਚ ਆ ਕੇ ਬਹਿ ਗਿਆ, ਕੋਈ ਦੂਜੇ ਥਾਂ ਬਹਿ ਗਿਆ ਜਾ ਕੇ। ਇਹਨਾਂ ਨੇ ਜੋ ਕੁਝ ਵੀ ਇਹ ਕੀਤਾ ਹੈ ਇਹ ਸਾਰਾ ਸਾਡੀ ਆਪਣੀ ਘਰ ਦੀ ਨਿੱਜੀ ਲੜਾਈ ਵੀ ਇਸ ਗੱਲ ਦੀ ਨਹੀਂ ਕਿ ਕਿਸੇ ਨੂੰ ਕਾਲਕਾ ਨੇ ਇਹਨੇ ਹਰਮੀਤ ਨੇ ਕੁਝ ਕਿਹਾ ਹੋਵੇ ਜਾਂ ਇਹਨੇ ਕਿਹਾ ਕਿਸੇ ਨੇ ਕੁਝ ਨਹੀਂ। ਇਹ ਆਪਣੇ ਆਪ ਦੇ ਵਿੱਚੋਂ ਲੜਾਈ ਉਤਪੰਨ ਹੋਈ ਇਹਨਾਂ ਦੇ ਤੇ ਆਪੇ ਜਾ ਕੇ ਵੱਖਰੇ ਬਹਿ ਗਏ। ਆਹ ਹੁਣ ਤਕੜਾ ਵੱਖਰਾ ਹੈ, ਮੈਂ ਇਹਦੀ ਨਿੰਦਿਆ ਕਰਦਾ, ਇਹਨਾਂ ਨੂੰ ਵੱਖਰੇ ਬਿਲਕੁਲ ਨਹੀਂ ਬਣਨਾ ਚਾਹੀਦਾ। ਜੇ ਸਰਤਾ ਗਿਆ ਵੀ ਸੀ ਉੱਥੇ ਤੇ ਉਹਨੂੰ ਆਪਣੀ ਪਿੱਛੇ ਕਮੇਟੀ ਬਣਾਉਣੀ ਚਾਹੀਦੀ ਸੀ ਵੀ ਤੁਸੀਂ ਮੈਂ ਚੱਲਿਆ ਤਾਂ ਤੁਸੀਂ ਕਮੇਟੀ ਬਣਾ ਲਓ, ਲੇਕਿਨ ਕਮੇਟੀ ਵੀ ਨਾ ਬਣੀ। ਅੱਜ ਇਹਦਾ ਨੁਕਸਾਨ ਕੌਮ ਦਾ ਨੁਕਸਾਨ ਹੋ ਰਿਹਾ, ਸਾਰੇ ਪੰਥ ਦਾ ਨੁਕਸਾਨ ਹੋ ਰਿਹਾ। ਇਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਆ, ਉਹ ਸਾਡੇ 'ਚੋਂ ਕੋਈ ਬੰਦਾ ਵੀ ਇੱਥੋਂ ਬਾਹਰ ਨਹੀਂ ਹੈਗਾ। ਇਸ ਕਰਕੇ ਇਕੱਠੇ ਹੋਏ ਆ ਕਿ ਬਿਲਕੁਲ ਸੁਚਾਰੂ ਰੂਪ ਨਾਲ ਕਮੇਟੀ ਚੱਲੇ। ਔਰ ਜੇ ਸਕੂਲ ਕਾਲਜ ਆਪਾਂ ਸਕੂਲਾਂ ਤਨਖਾਹਾਂ ਦੇਣ ਵਾਲੀਆਂ, ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ, ਇੱਥੇ ਤਨਖਾਹਾਂ ਦਿੱਤੀਆਂ ਜਾਣ। ਸਟਾਫ ਵਿਚਾਰਾ ਭੁੱਖਾ ਮਰਦਾ ਪਿਆ ਤੇ ਇਹ ਬੱਚੇ ਦਾ ਪੜ੍ਹਾਈ ਕਰਨ ਤੇ ਅੱਗੇ ਕਰੋਨਾ ਉੱਤੋਂ ਆ ਗਿਆ, ਪਿੱਛੇ ਵੀ ਬੜੀ ਪਰੇਸ਼ਾਨੀ ਕੱਟੀਆਂ, ਹੁਣ ਫਿਰ ਉਹੀ ਪ੍ਰੋਬਲਮ ਸੱਤੇ ਖੜੀ ਹੋ ਗਈ ਆ ਕੇ। ਇਸ ਕਰਕੇ ਜ਼ਿੰਮੇਵਾਰੀ ਕੋਈ ਸਮਝਦਾ ਨਹੀਂ ਸੀ। ਅੱਜ ਇਹ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਦਰਦ ਨੂੰ ਦੇਖਦਿਆਂ ਹੋਇਆ ਇਹ ਕਮੇਟੀ ਅੱਜ ਮੀਟਿੰਗ ਕੀਤੀ ਸੀ। ਗੂੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਬੋਰਡ ਦੀ ਬੈਠਕ ਹੋਈ ਤੇ ਇਸ ਬੈਠਕ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸਾਡੇ ਕੋਲ ਮੈਜੋਰਟੀ ਸੀਗੀ, ਜਿਸ ਕਰਕੇ ਅਸੀਂ ਹੁਣ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਨੂੰ ਬਣਾਇਆ। ਹਰਮੀਤ ਸਿੰਘ ਕਾਲਕਾ ਨਾਲ ਖਾਸ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਜਸਮੀਤ ਸਿੰਘ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਹੈ ਉਹ ਅੰਤਰਿਮ ਬੋਰਡ ਦੀ ਮੀਟਿੰਗ ਸੱਦੀ ਗਈ, ਜਿਸ ਦੇ ਵਿੱਚ ਕਈ ਅਹਿਮ ਮਤੇ ਪਾਸ ਕੀਤੇ ਗਏ ਨੇ। ਹਰਮੀਤ ਸਿੰਘ ਕਾਲਕਾ ਜੀ ਨਾਲ ਨੇ। ਕਾਲਕਾ ਸਾਹਿਬ, ਲਗਾਤਾਰ ਜਿਹੜਾ ਹੈ ਉਹ ਕਈ ਤਰ੍ਹਾਂ ਦੇ ਵਿਵਾਦ ਚੱਲ ਰਹੇ ਸੀ, ਪਰ ਅੱਜ ਜਿਹੜੀ ਤੁਸੀਂ ਅੰਤਰਿਮ ਬੋਰਡ ਦੀ ਬੈਠਕ ਬੁਲਾਈ, ਕੀ ਕੁਝ ਮਤੇ ਪਾਸ ਕੀਤੇ ਨੇ, ਕਿਹਨੂੰ ਅਹਿਮ ਜ਼ਿੰਮੇਵਾਰੀ ਮਿਲੀ ਆ? ਦੇਖੋ, ਇਹਦੇ 'ਚ ਅਹਿਮ ਜ਼ਿੰਮੇਵਾਰੀ ਦੇਣ ਦਾ ਕੋਈ ਹਲੇ ਕੋਈ ਹੈ ਹੀ ਨਹੀਂ ਸੀ, ਮਤਲਬ ਕਿਉਂਕਿ ਨਵੀਂ ਇਲੈਕਸ਼ਨ ਤੋਂ ਬਾਅਦ ਹਲੇ ਨਵਾਂ ਹਾਊਸ ਨਹੀਂ ਬਣਿਆ। ਮਗਰ ਜਿਸ ਤਰੀਕੇ ਦੇ ਨਾਲ 1 ਦਸੰਬਰ ਨੂੰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅਸਤੀਫਾ ਦਿੱਤਾ, ਉਸ ਅਸਤੀਫੇ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹਨਾਂ ਦਾ ਅਸਤੀਫਾ ਹੈ ਵੀ ਸੀ ਔਰ ਨਹੀਂ ਵੀ ਸੀ। ਰੋਜ਼ ਉਹਨਾਂ ਨੇ ਕਿਸੇ ਨਾ ਕਿਸੇ ਕੰਮ ਕਰਕੇ ਦਖਲਅੰਦਾਜ਼ੀਆਂ ਕਰਨੀਆਂ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰਨੀ, ਆਪਣੀ ਲਾਈਮਲਾਈਟ ਲੈਣ ਵਾਸਤੇ ਚਿੱਠੀਆਂ ਕੱਢ ਦੇਣੀਆਂ ਸਕੂਲ ਦੀਆਂ ਟੀਚਰਾਂ ਦੀਆਂ ਤਨਖਾਹਾਂ ਵਾਸਤੇ। ਸੋ ਕੰਮਾਂ ਦੇ ਵਿੱਚ ਰੋਜ਼ ਅੜਚਨਾ ਪਾਉਣ ਦੀ ਗੱਲ ਹੋ ਰਹੀ ਸੀ। ਸੋ ਅਸੀਂ ਉਸ ਵਕਤ ਫੈਸਲਾ ਲਿਆ, ਕਿਉਂਕਿ ਇਹ ਓਮੀਕਰੋਨ ਦੇ ਕਰਕੇ ਹਲੇ ਨਜ਼ਰ ਨਹੀਂ ਆ ਰਿਹਾ ਕਿ ਅਗਲਾ ਜਨਰਲ ਹਾਊਸ ਕਦ ਤੱਕ ਬੁਲਾਏਗੀ ਸਰਕਾਰ। ਸੋ ਇਹਨੂੰ ਦੇਖਦੇ ਹੋਏ ਐਗਜ਼ੈਕਟਿਵ ਦੀ ਮੀਟਿੰਗ ਬੁਲਾਈ ਗਈ ਔਰ ਮੀਤ ਪ੍ਰਧਾਨ ਨੂੰ ਉਹਦੀਆਂ ਪਾਵਰਾਂ ਦੇਣੀਆਂ ਜੋ ਐਕਟ ਦੇ ਵਿੱਚ ਹੈਗਾ, ਜਿਹਦੇ ਵਿੱਚ ਜਦ ਅਸਤੀਫਾ ਪ੍ਰਧਾਨ ਜਾਂ ਸੀਨੀਅਰ ਮੀਤ ਪ੍ਰਧਾਨ ਦੇ ਕੇ ਜਾਂਦਾ ਤਾਂ ਉਸ ਤੋਂ ਥੱਲੇ ਵਾਲੇ ਨੂੰ ਉਹਦੀ ਪੋਸਟ ਦਿੱਤੀ ਜਾਂਦੀ ਹੈ। ਸੋ ਉਹਨੂੰ ਦੇਖਦੇ ਹੋਏ ਇੱਕ ਸਿੰਪਲ ਤਰੀਕੇ ਦਾ ਪ੍ਰੋਸੈਸ ਸੀ, ਮਗਰ ਇਹਨੂੰ ਬਹੁਤ ਵੱਡੀ ਇੱਕ ਸ਼ੇਪ ਦੇਣ ਦੀ ਕੋਸ਼ਿਸ਼ ਕੀਤੀ ਗਈ, ਇੱਕ ਟਕਰਾਅ ਬਣਾਉਣ ਦੀ ਇੱਥੇ ਕੋਸ਼ਿਸ਼ ਕੀਤੀ ਗਈ ਹੈ। ਮੈਂ ਸਮਝਦਾ ਕਿ ਜਿਹੜੀ ਇਹ ਸੋਚ ਲੈ ਕੇ ਇੱਥੇ ਅੱਜ ਆਏ ਨੇ, ਮੈਂ ਉਹਦੀ ਬੜੀ ਅਸੀਂ ਨਿੰਦਾ ਕਰਦੇ ਹਾਂ, ਕਿਉਂਕਿ 30 ਤਰੀਕ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਮੈਂ ਆਪਣਾ ਫਰਜ਼ ਸਮਝਦੇ ਹੋਏ 2 ਦਿਨ ਬਾਅਦ ਦੀ ਚਿੱਠੀ ਕੱਢਦਾ। ਔਰ ਜਿਸ ਤਰੀਕੇ ਦੇ ਨਾਲ ਕੱਲ ਰਾਤ ਨੂੰ 31 ਤਰੀਕ ਨੂੰ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਪਹਿਲੇ ਚਿੱਠੀ ਕੱਢੀ ਜਾਂਦੀ ਹੈ ਕਿ ਮੈਂ ਆਪਣਾ ਅਸਤੀਫਾ ਵਾਪਸ ਲੈਂਦਾ, ਔਰ ਫਿਰ ਦੂਸਰੇ ਪਾਸੇ ਇੱਕ ਚਿੱਠੀ ਕੱਢੀ ਜਾਂਦੀ ਹੈ ਕਿ ਜੀ ਮੈਂ ਐਗਜ਼ੈਕਟਿਵ ਦੀ ਮੀਟਿੰਗ ਬੁਲਾ ਰਿਹਾ। ਔਰ ਐਗਜ਼ੈਕਟਿਵ ਦੀ ਮੀਟਿੰਗ ਬੁਲਾਉਣ ਵਕਤ ਜਿਸ ਵਕਤ ਅਸੀਂ ਹਾਲ ਦੇ ਵਿੱਚ ਪਹੁੰਚਦੇ ਹਾਂ, ਜਿਹੜੀ ਉਹ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਨੇ ਬੁਲਾਈ, ਉਹਦੇ ਵਿੱਚ ਬਿਨਾਂ ਐਗਜ਼ੈਕਟਿਵ ਦੇ ਮੈਂਬਰਾਂ ਨੂੰ ਉੱਥੇ ਬਿਠਾ ਕੇ ਉੱਥੇ ਉਹਨਾਂ ਦਾ ਕੀ ਮਨਸੂਬਾ ਸੀ, ਮਗਰ ਅਸੀਂ ਉਸ ਟਕਰਾਅ ਦੇ ਵਿੱਚ ਨਹੀਂ ਪਏ, ਕਿਉਂਕਿ ਇੱਕ ਜ਼ਿੰਮੇਵਾਰ ਪ੍ਰਬੰਧਕ ਹੋਣ ਦੇ ਨਾਤੇ, ਕਿਉਂਕਿ ਅਸੀਂ ਇੱਕ ਰਾਜਨੀਤਿਕ ਤੋਂ ਉੱਠ ਕੇ ਇੱਥੇ ਸੇਵਾ ਕਰਦੇ ਪਏ ਹਾਂ ਔਰ ਇਹ ਅਸੀਂ ਰਾਜਨੀਤਿਕ ਪਾਰਟੀਆਂ ਦਾ ਇੱਥੇ ਦਖਲਅੰਦਾਜ਼ੀ ਨਹੀਂ ਹੋਣ ਦੇਣਾ ਚਾਹੁੰਦੇ। ਇਸ ਕਰਕੇ ਅਸੀਂ ਟਕਰਾਅ ਦੀ ਨੀਤੀ ਤੋਂ ਬਾਹਰ ਹਟ ਕੇ ਗੁਰਦੁਆਰੇ ਆਪਣੇ ਦਫ਼ਤਰ ਦੇ ਵਿੱਚ ਇਹ ਮੀਟਿੰਗ ਕਾਲ ਕੀਤੀ, ਜਿਹਦੇ ਵਿੱਚ 12 ਦੇ ਵਿੱਚੋਂ, ਕਿਉਂਕਿ 15 ਮੈਂਬਰ ਹੁੰਦੇ ਨੇ ਐਗਜ਼ੈਕਟਿਵ ਦੇ, ਉਹਦੇ 'ਚੋਂ 3 ਮੈਂਬਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਜਿਹੜੇ ਪ੍ਰਧਾਨ ਹਟ ਚੁੱਕੇ ਨੇ, ਸਰਦਾਰ ਮਲਕਿੰਦਰ ਸਿੰਘ ਜਿਹੜਾ ਸਦੀਵੀ ਲਈ ਹਮੇਸ਼ਾ ਕੈਨੇਡਾ ਚਲੇ ਗਏ ਨੇ, ਔਰ ਸਰਦਾਰਨੀ ਆਪਣਾ ਰਣਜੀਤ ਕੌਰ ਜਿਹੜੀ ਦੀ ਮੈਂਬਰਸ਼ਿਪ ਖਾਰਿਜ ਹੋ ਚੁੱਕੀ। ਸੋ 12 ਮੈਂਬਰਾਂ ਦੇ ਵਿੱਚੋਂ 9 ਮੈਂਬਰ ਇੱਕ ਪਾਸੇ ਹੋ ਕੇ ਅੱਜ ਉਹਨਾਂ ਦੀ ਜਿਹੜੀ ਪ੍ਰਧਾਨਗੀ ਹੈ ਉਹਨੂੰ ਵਾਪਸ ਲਿਆ ਗਿਆ ਔਰ ਸਰਦਾਰ ਕੁਲਵੰਤ ਸਿੰਘ ਬਾਠ ਨੂੰ ਇੱਥੇ ਐਗਜ਼ੈਕਟਿਵ ਨੂੰ ਪਾਸ ਕਰਕੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ, ਜਦ ਤੱਕ ਅਗਲੀਆਂ
ਹਾਊਸ ਪੂਰਾ ਨਹੀਂ ਹੋ ਜਾਂਦਾ। ਨਾਲ ਹੀ ਜਿਹੜੀ ਉਹਨਾਂ ਦੀ ਉਹ ਚਿੱਠੀ ਉਹਨਾਂ ਨੇ ਕੱਢੀ ਸੀ ਉਹਨੂੰ, ਕਿਉਂਕਿ ਮਿਸ ਯੂਜ਼ ਆਫ ਦੈਟ ਲੈਟਰ ਪੈਡ ਹੈ, ਕਿਉਂਕਿ ਉਹ ਬਤੌਰ ਪ੍ਰਧਾਨ ਉਹ ਯੂਜ਼ ਕਰ ਸਕਦੇ ਆ, ਬਟ ਜਦ ਇਸਤੀਫਾ ਦੇ ਚੁੱਕੇ ਤੁਸੀਂ ਉਹ ਯੂਜ਼ ਨਹੀਂ ਕਰ ਸਕਦੇ। ਇਸ ਕਰਕੇ ਉਸ ਚਿੱਠੀ ਨੂੰ ਵੀ ਖਾਰਿਜ ਕੀਤਾ ਗਿਆ, ਉਸ ਮੀਟਿੰਗ ਨੂੰ ਵੀ ਖਾਰਿਜ ਕੀਤਾ ਗਿਆ। ਸਾਰੀ ਅੰਤਰਿਮ ਬੋਰਡ ਦੇ ਮੈਂਬਰਾਂ ਦਾ ਇੱਕੋ ਜੁੱਟ ਫੈਸਲਾ ਸੀ। ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ। ਇੱਕ ਚੀਜ਼ ਹੋਰ ਹੈ, ਜਿਸ ਤਰੀਕੇ ਤੁਸੀਂ ਬਤੌਰ ਜਨਰਲ ਸਕੱਤਰ ਜਿਹੜਾ ਹੈ ਐਗਜ਼ੈਕਟਿਵ ਦੀ ਕਾਲ ਕੀਤੀ, ਮੀਤ ਪ੍ਰਧਾਨ ਨੂੰ ਜਿਹੜੇ ਨੇ ਉਹ ਸਾਰੇ ਕਾਰਜ ਭਰ ਦਿੱਤੇ ਨੇ। ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਵੀ ਐਗਜ਼ੈਕਟਿਵ ਬੁਲਾਈ ਗਈ ਹੈ ਬਤੌਰ ਪ੍ਰਧਾਨ ਆਪਣੇ ਆਪ ਨੂੰ ਕਹਿੰਦੇ ਹੋਏ, ਉਹ ਐਗਜ਼ੈਕਟਿਵ ਵੀ ਉਧਰ ਮੀਟਿੰਗ ਚੱਲ ਰਹੀ ਹੈ। ਕਿਸ ਤਰੀਕੇ ਇਹ ਚੀਜ਼ਾਂ ਕਿਸ ਤਰੀਕੇ ਸੰਗਤ ਦੇ ਵਿੱਚ ਬੜਾ ਕਨਫਿਊਜ਼ਨ ਜਿਹੜਾ ਉਹ ਬਣਿਆ ਹੋਇਆ। ਬੜੀ ਹਾਸੋਹੀਣ ਗੱਲ ਹੈ। ਪਹਿਲੀ ਗੱਲ ਤੇ ਕੋਈ ਵੀ ਹਾਊਸ ਬੁਲਾਣਾ ਉਹਦੀ 2/3 ਤੁਹਾਡੀ ਮੈਜੋਰਟੀ ਹੁੰਦੀ ਹੈ, ਜਾਂ ਮੈਜੋਰਟੀ ਨਾ ਵੀ ਹੋਏ 2/3 ਅਟੈਂਡੈਂਸ ਹੋਏ ਤੇ ਉਹ ਪਹਿਲੀ ਗੱਲ ਤਾਂ ਮੀਟਿੰਗ ਮੰਨੀ ਜਾਂਦੀ ਹੈ। ਪਹਿਲੀ ਗੱਲ ਤਾਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਨਹੀਂ ਨੇ ਦਿੱਲੀ ਕਮੇਟੀ ਦੇ, ਇਹ ਚੀਜ਼ ਉਹਨਾਂ ਨੂੰ ਆਪਣੇ ਦਿਮਾਗ 'ਚ ਪਾਉਣੀ ਚਾਹੀਦੀ ਹੈ। ਔਰ ਉਸ ਤੋਂ ਬਾਅਦ ਉਹਨਾਂ ਨੇ ਹਾਊਸ ਬੁਲਾਇਆ ਤੇ ਉਹਨਾਂ ਕੋਲੋਂ 3 ਮੈਂਬਰ ਉਹਨਾਂ ਦੇ ਨਾਲ ਉੱਥੇ ਬੈਠੇ ਨੇ। ਸੋ 13 ਬੰਦਿਆਂ ਦੇ ਵਿੱਚੋਂ 3 ਬੰਦਿਆਂ ਨੂੰ ਲੈ ਕੇ ਉਹ ਹਾਊਸ ਬਣਾ ਹੀ ਨਹੀਂ ਸਕਦੇ। ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਬੰਦੇ ਨੇ ਰਾਜਨੀਤਿਕ ਪਾਰਟੀ ਜੁਆਇਨ ਕਰ ਲਈ ਹੈ ਔਰ ਅੱਜ ਵਾਪਸ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ 1 ਮਹੀਨੇ ਬਾਅਦ ਇਸਤੀਫਾ ਦੇ ਕੇ ਆ ਰਹੇ ਨੇ, ਇਹਦੇ ਪਿੱਛੇ ਕੀ ਮਨਸੂਬੇ ਨੇ, ਕੀ ਸੋਚ ਹੈ? ਕਿਆ ਇਹ ਇਹਨਾਂ ਦੀ ਆਪਣੀ ਸੋਚ ਹੈ ਜਾਂ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਇੱਥੇ ਕਰਕੇ ਭੇਜਿਆ? ਸੋ ਅੱਜ ਜਿੰਨੇ ਵੀ ਪੰਥ ਦਰਦੀਆਂ ਅਲੱਗ-ਅਲੱਗ ਪਾਰਟੀਆਂ ਦੇ, ਸਰਦਾਰ ਕੁਲਵੰਤ ਸਿੰਘ ਬਾਠ ਅਲੱਗ ਪਾਰਟੀ ਤੋਂ ਇਲੈਕਸ਼ਨ ਲੜੇ ਨੇ, ਸਰਦਾਰ ਪਰਮਜੀਤ ਸਿੰਘ ਰਾਣਾ ਅਲੱਗ ਪਾਰਟੀ ਤੋਂ ਲੜੇ ਨੇ, ਸਾਡੀ ਟੀਮ ਅਲੱਗ ਪਾਰਟੀ ਤੋਂ ਲੜੀ ਹੈ, ਮਗਰ ਅੱਜ ਸਾਰਿਆਂ ਨੇ ਇੱਕ ਚੀਜ਼ ਦਾ ਫੈਸਲਾ ਲਿਆ ਕਿ ਕਿਤੇ ਕਦੀ ਵੀ ਇੱਥੇ ਬੀਜੇਪੀ ਦਾ ਕਬਜ਼ਾ ਗੁਰਦੁਆਰਿਆਂ ਦੇ ਵਿੱਚ ਨਹੀਂ ਹੋਣ ਦਿਆਂਗੇ। ਇਸ ਤੋਂ ਇਲਾਵਾ ਹੋਰ ਕੀ ਕੁਝ ਮਤੇ ਪਾਸ ਕੀਤੇ ਐਗਜ਼ੈਕਟਿਵ ਦੇ ਵਿੱਚ? ਇੱਕ ਬੜੀ ਵੱਡੀ ਸਾਨੂੰ ਸਕੈਮ ਸਾਡੇ ਸਾਹਮਣੇ ਆ ਰਿਹਾ ਕਿ ਗੁਰੂ ਹਰਗੋਬਿੰਦ ਇੰਸਟੀਚਿਊਟ ਦੇ ਵਿੱਚ ਉੱਥੇ ਨਜਾਇਜ਼ ਉੱਥੇ ਇੱਕ ਸ਼ੂਟਿੰਗ ਰੇਂਜ ਚੱਲ ਰਿਹਾ, ਜਿਮ ਚੱਲ ਰਿਹਾ ਔਰ ਉੱਥੇ ਕੋਈ 550 ਕੰਪਿਊਟਰ ਲਾ ਕੇ ਉੱਥੇ ਇੱਕ ਸੈਂਟਰ ਬਣਾਇਆ ਗਿਆ, ਜਿਹਦੀ ਪਰਮਿਸ਼ਨ ਬਤੌਰ ਜਨਰਲ ਸਕੱਤਰ ਮੇਰੇ ਕੋਲ ਨਹੀਂ ਲਈ ਗਈ ਸੀ। ਸੋ ਜਦ ਤੋਂ ਮੈਨੂੰ ਇਹਦਾ ਸੰਗਿਆਨ ਆਇਆ, ਮੈਂ ਇਹਦੇ ਉੱਤੇ ਵਰਕਿੰਗ ਕਰ ਰਿਹਾ ਸੀ। ਇਸ ਕਰਕੇ ਸਾਨੂੰ ਇਹ ਲੱਗਿਆ ਕਿ ਉਸ ਚੀਜ਼ ਦੇ ਉੱਤੇ ਸਾਨੂੰ ਸੰਗਿਆਨ ਲੈਣਾ ਚਾਹੀਦਾ ਔਰ ਅੱਜ ਮੀਟਿੰਗ ਬੁਲਾਉਣ ਦਾ ਮੇਨ ਕਾਰਨ ਵੀ ਉਹ ਸੀ। ਸੋ ਬਿਲਕੁਲ ਜਿਹੜਾ ਹੈ ਅੱਜ ਐਗਜ਼ੈਕਟਿਵ ਦੀ ਕਾਲ ਕੀਤੀ ਗਈ ਔਰ ਕੁਲਵੰਤ ਸਿੰਘ ਬਾਠ ਨੂੰ ਜਿਹੜਾ ਹੈ ਬਤੌਰ ਮੀਤ ਪ੍ਰਧਾਨ ਜਿਹੜੀਆਂ ਨੇ ਉਹ ਸਾਰੇ ਕਾਰਜ ਭਰ ਦਿੱਤੇ ਗਏ ਨੇ ਔਰ ਕਈ ਅਹਿਮ ਫੈਸਲੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ। ਕੈਮਰਾ ਪਰਸਨ ਸ਼ਸ਼ੀ ਦੇ ਨਾਲ ਜਸਮੀਤ ਸਿੰਘ, PTC ਨਿਊਜ਼, ਦਿੱਲੀ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਭਾਰਤ ਵਿੱਚ ਕੋਰੋਨਾ ਦੀ ਤੀਸਰੀ ਲਹਿਰ ਨੇ ਦਸਤਕ ਦੇ ਦਿੱਤੀ ਹੈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਲੈ ਕੇ ਤਿਆਰ ਹੈ। ਜੀ ਹਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਪਹਿਲੇ ਵੀ ਜਦੋਂ ਕੋਰੋਨਾ ਮਹਾਮਾਰੀ ਆਈ ਸੀਗੀ ਉਸ ਟਾਈਮ ਦੇ ਉੱਤੇ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਧ ਚੜ੍ਹ ਕੇ ਸੇਵਾ ਕੀਤੀ ਸੀਗੀ ਤੇ ਲੋਕਾਂ ਦੀ ਜਾਨ ਬਚਾਈ ਸੀ। ਤੇ ਇਸ ਵਾਰ ਵੀ ਜਿਹੜੀ ਤੀਸਰੀ ਲਹਿਰ ਆ ਰਹੀ ਹੈ ਉਸ ਨੂੰ ਲੈ ਕੇ ਵੀ ਅਸੀਂ ਤਿਆਰ ਹੈਗੇ ਹਾਂ ਤੇ ਬਾਲਾ ਸਾਹਿਬ 125 ਬੈੱਡ ਦਾ ਹਸਪੀਟਲ ਹੈ ਜਿਹੜਾ ਬਣ ਕੇ ਤਿਆਰ ਹੈ, ਉਹ ਵੀ ਦਿੱਲੀ ਦੀ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਸਹਾਈ ਹੋਏਗਾ। ਜਿਸ ਤਰੀਕੇ ਦੇ ਨਾਲ 3rd ਲਹਿਰ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ, ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਅਸੀਂ ਹਸਪੀਟਲ ਸ਼ੁਰੂ ਕੀਤਾ ਸੀ, 120 ਬੈੱਡ ਦਾ ਸਾਰਾ ਹਸਪੀਟਲ ਸੀ, ਜਿਹੜਾ ਕਿਸੇ ਕਾਰਨਵਸ਼ ਰੋਕਤਾ ਗਿਆ ਸਰਕਾਰਾਂ ਦੀ ਕੋਰਟ ਦੀ ਇੰਟਰਫੇਰੈਂਸ ਦੀ ਕਰਕੇ, ਉਹਨੂੰ ਅਸੀਂ ਦੁਬਾਰਾ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਔਰ ਉਹਦੇ ਨਾਲ ਹੀ ਜਿੱਥੇ ਉਹਦੇ ਵਿੱਚ ICU ਬੈੱਡਸ ਨੇ 30-32 ਬੈੱਡ ਉੱਥੇ ਸਾਡੇ ਲੱਗੇ ਹੋਏ ਨੇ, 24 ਬੈੱਡ ਨਵੇਂ ਉੱਥੇ ਹੋਰ ਲੱਗ ਰਹੇ ਨੇ ਔਰ ਪੋਰਟੇਬਲ ਜਿਹੜਾ ਹੈਗਾ ਜਿਹੜਾ ਉਹ ਸਿਸਟਮ ਹੈ ਸਾਰਾ ਬਾਲਾ ਸਾਹਿਬ ਹਸਪੀਟਲ ਤੇ ਵੀ ਤਿਆਰ ਕੀਤਾ ਜਾ ਰਿਹਾ ICU ਦੇ ਵਿੱਚ, ਤਾਂ ਕਿ ਕੋਈ ਸੀਰੀਅਸ ਕੈਜੂਅਲਟੀ ਨਾ ਆ ਜਾਏ ਉਹਨੂੰ ਦੇਖਦੇ ਹੋਏ। ਔਰ ਮਗਰ ਜਿਸ ਤਰੀਕੇ ਦੇ ਨਾਲ ਇਹਦੇ ਰਿਜ਼ਲਟਸ ਨਜ਼ਰ ਆ ਰਹੇ ਨੇ, ਕੋਈ ਜ਼ਿਆਦਾ ਕੰਪਲਿਕੇਸ਼ਨਸ ਜਾਂ ਜ਼ਿਆਦਾ ਸੀਰੀਅਸ ਵਾਲਾ ਨਹੀਂ ਹੈ। ਗੁਰੂ ਮਹਾਰਾਜ ਕਰਨ ਐਸੀ ਤਰੀਕੇ ਦੇ ਨਾਲ ਹੀ ਹੋਏ। ਅਗਰ ਵੇਵ ਆ ਰਹੀ ਹੈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਪਾਸੋਂ ਤਿਆਰ ਹੈ, ਕਿਉਂਕਿ ਸਾਡੇ ਕੋਲ ਇਨਫਰਾਸਟ੍ਰਕਚਰ ਤਿਆਰ ਹੈ, ਸਾਡੇ ਕੋਲ ਇਕਵਿਪਮੈਂਟਸ ਤਿਆਰ ਨੇ, ਜੋ ਵੀ ਸਾਨੂੰ ਡਾਕਟਰਸ ਗਾਈਡਲਾਈਨ ਦੇਣਗੇ। ਕਿਉਂਕਿ ਇਹ ਕੰਮ ਪਹਿਲੇ ਵੀ ਅਸੀਂ ਜਦ ਇੱਥੇ 400 ਬੈੱਡ ਸ਼ੁਰੂ ਕੀਤਾ ਸੀ ਤਾਂ ਵੀ ਦਿੱਲੀ ਸਰਕਾਰ ਦੀ ਹੈਲਪ ਦੇ ਨਾਲ, ਉਹਨਾਂ ਦੇ ਡਾਕਟਰਸ ਦੀ ਟੀਮ ਦੇ ਨਾਲ ਕੀਤਾ ਸੀ। ਅੱਗੇ ਵੀ ਜਿਸ ਤਰੀਕੇ ਦੇ ਨਾਲ ਸਾਡੇ ਨੂੰ ਕੋਈ ਡਿਮਾਂਡ ਆਏਗੀ ਅਸੀਂ ਬਿਲਕੁਲ ਤਿਆਰ ਬੈਠੇ ਹਾਂ ਔਰ ਸਾਨੂੰ ਆਲਰੇਡੀ DMs ਵਗੈਰਾ ਸਾਰੇ ਅਪਰੋਚ ਕਰ ਚੁੱਕੇ ਨੇ ਔਰ ਉਹਦੀ ਵਰਕ ਪ੍ਰੋਸੈਸ ਜਿਹੜਾ ਬਾਲਾ ਸਾਹਿਬ ਹਸਪੀਟਲ ਉਸੇ ਤਿਆਰੀ ਕਰ ਰਹੇ। ਸਾਡੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਬਤੌਰ ਇੱਕ ਸਿਟੀਜ਼ਨ ਕਰਕੇ, ਜ਼ਿੰਮੇਵਾਰ ਸਿਟੀਜ਼ਨਸ ਹੈਗੇ ਆ ਔਰ ਸਿੱਖ ਕੌਮ ਨੇ ਕਦੇ ਹਮੇਸ਼ਾ ਇਸੇ ਗੱਲ ਦਾ ਧਿਆਨ ਰੱਖਿਆ ਕਿ ਉਹਨਾਂ ਦੇ ਕਰਕੇ ਕਿਸੇ ਨੂੰ ਨਮੋਸ਼ੀ ਨਾ ਹੋਵੇ। ਸੋ ਮੈਂ ਸਮੁੱਚੇ ਸਿੱਖ ਪਰਿਵਾਰਾਂ ਨੂੰ ਔਰ ਸਮੁੱਚੀ ਸੰਗਤ ਨੂੰ ਇਸ ਗੱਲ ਦੀ ਬੇਨਤੀ ਕਰਾਂਗਾ ਕਿ ਆਪਣੀ ਜ਼ਿੰਮੇਵਾਰੀ ਸਮਝੀਏ, ਆਪਣੇ ਮਾਸਕ ਵਗੈਰਾ ਪਾਈਏ ਔਰ ਜਿਸ ਤਰੀਕੇ ਦੇ ਨਾਲ ਸੈਨੀਟਾਈਜ਼ਰਸ ਔਰ ਜੋ ਵੀ ਡਾਕਟਰਸ ਰਿਕਮੈਂਡ ਕਰਦੇ ਨੇ ਉਸ ਚੀਜ਼ ਨੂੰ ਅਸੀਂ ਵੀ ਧਿਆਨ ਰੱਖਦੇ ਹੋਏ ਕਰੀਏ। ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਸੋਸ਼ਲ ਡਿਸਟੈਂਸ ਮੇਨਟੇਨ ਕਰਨ ਦੀ ਗੱਲ ਹੈ। ਗੁਰਦੁਆਰਾ ਸਾਹਿਬਾਂ ਦੇ ਵਿੱਚ ਉਹਦੇ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ, ਮਗਰ ਸੰਗਤ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ। ਸੋ ਸੰਗਤ ਵੀ ਇਸ ਚੀਜ਼ ਦਾ ਬਹੁਤ ਧਿਆਨ ਖੁਦ ਰੱਖਣ।
ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡੀ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।